generating functions. This is the second method for to solve the recurrence relations with the help of generating functions. This is the second method to find the solution of the recurrence relations. So firstly we will discuss about what is a generating function. Then we will discuss about how to find the generating function of sequences. Then finally we will apply it onto the recurrence relations. So firstly ਜਿਹੜੇ ਲੈਕਚਰਸ ਆਪਣੇ ਹੋਣਗੇ ਉਹ ਜਨਰੇਟਿੰਗ ਫੰਕਸ਼ਨਸ ਦੀ ਜਿਹੜੀ ਇਨਫੋਰਮੇਸ਼ਨ ਹੈ ਜੋ ਉਸਦਾ ਕਨਸੈਪਟ ਹੈ ਉਹ ਦੱਸਿਆ ਜਾਊਗਾ। ਹਲੇ ਕਿਤੇ ਵੀ ਰੈਕਰੈਂਸ ਰਿਲੇਸ਼ਨਸ ਦੇ ਉੱਪਰ ਇਹਨੂੰ ਅਪਲਾਈ ਕਰਨਾ ਸਟਾਰਟਿੰਗ ਦੇ ਵਿੱਚ ਤੁਹਾਨੂੰ ਨਹੀਂ ਨਜ਼ਰ ਆਊਗਾ, ਬਟ ਜਦੋਂ ਅਸੀਂ ਜਨਰੇਟਿੰਗ ਫੰਕਸ਼ਨਸ ਬਾਰੇ ਸਾਰਾ ਕੁਝ ਸਿੱਖ ਲਿਆ ਦੈਨ ਅਸੀਂ ਇਹਨੂੰ ਰੈਕਰੈਂਸ ਰਿਲੇਸ਼ਨਸ ਦੇ ਵਿੱਚ ਜਾ ਕੇ ਅਪਲਾਈ ਕਰਾਂਗੇ। ਸੋ ਫਰਸਟਲੀ ਦਾ ਡੈਫੀਨੇਸ਼ਨ ਆਫ ਦਾ ਜਨਰੇਟਿੰਗ ਫੰਕਸ਼ਨਸ। ਜਨਰੇਟਿੰਗ ਫੰਕਸ਼ਨ ਕੀ ਹੁੰਦਾ ਹੈ? The generating function for the sequence AK is the infinite power series. AK sequence मतलब A0, A1, A2, A3, A4 and so on. ये इस टाइप की अपने को सीक्वेंस है, उसका जनरेटिंग फंक्शन एक इनफाइनाइट सीरीज होएगी A1। की करना है जेडी इस सीक्वेंस दी 0th टर्म है यानी फर्स्ट टर्म ਤੁਸੀਂ 0th टर्म कह सकते हो A0 है ਉਹਨੂੰ x ਦੀ ਪਾਵਰ 0 ਨਾਲ ਮਲਟੀਪਲਾਈ ਕਰਨਾ ਹੈ। ਜਿਹੜੀ ਸੀਕੁਐਂਸ ਦੀ A1 ਫਰਸਟ ਟਰਮ ਹੈ A ਫਰਸਟ ਟਰਮ ਹੈ ਉਹਨੂੰ x ਦੀ ਪਾਵਰ 1 ਨਾਲ ਮਲਟੀਪਲਾਈ ਕਰਨਾ ਹੈ। ਜਿਹੜੀ ਸੈਕੰਡ ਟਰਮ ਹੈ A2 ਉਹਨੂੰ ਤੁਸੀਂ ਮਲਟੀਪਲਾਈ ਕਰਨਾ ਹੈ x ਸਕੁਅਰ ਦੇ ਨਾਲ। ਇਸ ਤਰ੍ਹਾਂ A3 ਨੂੰ x ਕਿਊਬ ਨਾਲ ਐਂਡ ਸੋ ਔਨ ਐਂਡ ਦਿਸ ਇਜ਼ ਅ ਇਨਫਾਈਨਾਈਟ ਸਮੇਸ਼ਨ। ਕਿਉਂਕਿ ਸੀਕੁਐਂਸ ਦੇ ਵਿੱਚ ਇਨਫਾਈਨਾਈਟ ਟਰਮਸ ਹੁੰਦੀਆਂ ਨੇ ਤਾਂ ਕਹਿਣ ਦਾ ਮਤਲਬ ਜਿੰਨੀ ਨੰਬਰ ਦੀ ਟਰਮ ਹੈ ਸੀਕੁਐਂਸ ਦੀ ਉਨੀ x ਦੀ ਪਾਵਰ ਨਾਲ ਤੁਸੀਂ ਉਹਨੂੰ ਮਲਟੀਪਲਾਈ ਕਰਨਾ। ਜੇ 0th ਟਰਮ ਹੈ ਤਾਂ x ਦੀ ਪਾਵਰ 0, ਜੇ ਫਰਸਟ ਟਰਮ ਹੈ ਤਾਂ x ਦੀ ਪਾਵਰ 1, ਜੇ ਸੈਕੰਡ ਟਰਮ ਹੈ ਤਾਂ x ਦੀ ਪਾਵਰ 2, ਇਸ ਤਰ੍ਹਾਂ ਕਰਨਾ ਹੈ। ਤਾਂ ਜਿੰਨਵੇਂ ਨੰਬਰ ਦੀ ਟਰਮ ਹੈ ਉਨੀ x ਦੀ ਪਾਵਰ ਨਾਲ ਤੁਸੀਂ ਉਹਨੂੰ ਮਲਟੀਪਲਾਈ ਕਰਨਾ ਹੈ, ਫਿਰ ਇਹਨਾਂ ਸਾਰਿਆਂ ਦਾ ਸਮ ਕਰ ਦੇਣਾ। then this will be called the generating function। ਤੇ ਹੁਣ ਇਸ ਜਨਰੇਟਿੰਗ ਫੰਕਸ਼ਨ ਨੂੰ ਅਲੱਗ-ਅਲੱਗ ਸੀਕੁਐਂਸਸ ਲਈ ਕਿਵੇਂ ਅਸੀਂ ਸੋਲਵ ਕਰਨਾ ਹੈ ਉਹਦੇ ਬਾਰੇ ਪਹਿਲਾਂ ਡਿਸਕਸ਼ਨ ਹੋਊਗੀ। ਜਿਵੇਂ ਐਗਜ਼ਾਮਪਲ ਹੈ what is the generating function for the sequence। ਸੀਕੁਐਂਸ ਦੇ ਵਿੱਚ 6 ਟਰਮਸ ਉਰੇ ਸ਼ੋ ਕੀਤੀਆਂ ਔਰ 6 ਦੀਆਂ 6 ਟਰਮਸ ਆਪਣੇ ਕੋਲ 1 ਦੇ ਇਕੁਅਲ ਹੈ, ਤਾਂ ਇਹਦਾ ਮਤਲਬ ਰੈਸਟ ਆਫ ਦਾ ਟਰਮਸ ਆਰ ਇਕੁਅਲ ਟੂ 0। ਜਿਹੜੀ ਬਾਕੀ ਦੀਆਂ ਟਰਮਸ ਨੇ 6 ਤੋਂ ਬਾਅਦ ਯਾਨੀ ਕਿ ਇਹ ਤੁਹਾਡਾ ਹੋ ਗਿਆ A0, this is your A0, this is your A1, this is your A2, ठीक है, and so on, this will be your A5, this is A5। ਤਾਂ 5 ਤੱਕ ਤੁਹਾਨੂੰ ਟਰਮਸ ਦਿੱਤੀਆਂ ਹੋਈਆਂ ਨਾਨ ਜ਼ੀਰੋ 1 ਦੇ ਇਕੁਅਲ ਹੈ ਸਾਰੀਆਂ, ਬਟ A6, A7, A8 ਇਸ ਤੋਂ ਬਾਅਦ ਜਿੰਨੀਆਂ ਵੀ ਸਾਰੀਆਂ ਟਰਮਸ ਹੈ ਦੇ ਆਲ ਆਰ ਇਕੁਅਲ ਟੂ 0। ਤੇ ਆਪਾਂ ਨੇ ਐਸੀ ਸੀਕੁਐਂਸ ਦਾ ਜਿਹੜਾ ਜਨਰੇਟਿੰਗ ਫੰਕਸ਼ਨ ਹੈਗਾ ਉਹ ਫਾਈਂਡ ਕਰਨਾ ਹੈ। ਤਾਂ ਕਿਵੇਂ ਫਾਈਂਡ ਕਰਾਂਗੇ? ਸਿੰਪਲ ਜੀ ਗੱਲ ਹੈਗੀ ਆ, ਇਸ 1 ਦੇ ਨਾਲ A0 ਹੈ ਇਹ, ਇਹਦੇ ਨਾਲ x ਦੀ ਪਾਵਰ 0, ਦੈਟ ਮੀਨਸ ਕੱਲਾ 1 ਹੀ ਆ ਗਿਆ। A ਵਾਲੇ 1 ਦੇ ਨਾਲ A1 ਹੈ ਕਿਉਂਕਿ ਇਹ x ਦੀ ਪਾਵਰ 1, ਇਸ ਦੇ ਨਾਲ x ਦੀ ਪਾਵਰ 2 ਔਰ ਇਸੇ ਤਰ੍ਹਾਂ ਕਰਦੇ ਕਰਦੇ ਲਾਸਟ ਵਾਲੇ ਨਾਲ x ਦੀ ਪਾਵਰ 5। ਤੇ ਇਸ ਤੋਂ ਬਾਅਦ ਵਾਲੀਆਂ ਉਰੇ ਨਹੀਂ ਲਿਖੀਆਂ ਕਿਉਂਕਿ ਬਾਅਦ ਵਾਲੀਆਂ ਸਾਰੀਆਂ ਆਪਣੇ ਕੋਲ 0 ਹੋ, ਕਿਉਂਕਿ ਬਾਅਦ ਵਾਲੀਆਂ ਟਰਮ ਸਾਨੂੰ ਨਹੀਂ ਗਿਵਨ ਹੈਗੀਆਂ, ਦੈਟਸ ਵਾਈ ਵੀ ਆਰ ਟੇਕਿੰਗ conventionally that they are equal to 0 and so on, ਕਿਉਂਕਿ ਇਨਫਾਈਨਾਈਟ ਤੱਕ ਹੁੰਦਾ ਵੈਸੇ ਇਹ ਸਮੇਸ਼ਨ, ਬਟ ਬਾਕੀ ਸਾਰੀਆਂ 0 ਹੈ ਤਾਂ ਸਿਰਫ ਤੁਹਾਡੇ ਕੋਲ ਟਰਮਸ ਇਹੀ ਰਹਿ ਗਈਆਂ ਹੈ। ਠੀਕ ਹੈ, ਤੇ ਆਬਵੀਅਸਲੀ ਇਹਦਾ ਅਗਰ ਤੁਸੀਂ ਸਮ ਕਰਨਾ ਹੈਗਾ ਇਸ ਸੀਰੀਜ਼ ਦਾ, ਜੇਕਰ ਤੁਸੀਂ ਸਮ ਕਰਨਾ ਹੈਗਾ ਤਾਂ ਇਸ ਨੂੰ ਤੁਸੀਂ ਅਪਲਾਈ ਕਰਨਾ ਹੈਗਾ GP ਸੀਰੀਜ਼ ਦੇ ਅਕੋਰਡਿੰਗ, ਸਮ ਆਫ ਦਾ GP ਸੀਰੀਜ਼ with common ratio x and first term equal to 1 and we have 6 terms, therefore x is 6 minus 1 over x minus 1। ਤਾਂ ਇਹ is the generating function। so the next example, ਤਾਂ ਇਸ ਨੂੰ ਅਸੀਂ ਬੋਲਦੇ ਹਾਂ ਫਰਸਟਲੀ ਕਿ ਇਹ ਜਿਹੜਾ ਹੈ ਐਕਸਪੈਂਸ਼ਨ ਫਾਰਮ ਦੇ ਵਿੱਚ ਹੈ ਔਰ ਜਦੋਂ ਅਸੀਂ ਇਹਦਾ ਸਮ ਅਪ ਕਰ ਲੈਂਦੇ ਹਾਂ ਇਟ ਵਿਲ ਬੀ ਨੋਨ ਐਜ਼ ਦਾ ਕਲੋਜ਼ਡ ਫਾਰਮ। ਠੀਕ ਹੈ, ਜਦੋਂ ਸਮ ਕਰ ਲਿਆ ਕਲੋਜ਼ਡ ਫਾਰਮ ਹੋਗੀ, ਨਹੀਂ ਅਦਰਵਾਈਜ਼ ਇਹਨੂੰ ਐਕਸਪੈਂਡ ਕਰਕੇ ਅਸੀਂ ਲਿਖਾਂਗੇ। now the next example is when m belongs to z plus means the set of positive integers। let's say m belongs to z plus the set of positive integers and sequence ak ਜਿਹੜੀ ਹੈ this is the combination। ਜਿਵੇਂ ਤੁਸੀਂ ਇਹ ਲਿਖਦੇ ਹੋ ਨਾ mck, ਇਹ ਉਹੀ ਚੀਜ਼ ਹੈ combination। ठीक है, which is the number to select k things out of m things, this is combination mk for k equal to 0 to m। ਤੇ ਇਹ ਵੀ ਤੁਹਾਨੂੰ ਜਿਹੜੀ ਸੀਕੁਐਂਸ ਹੈ ਇਹ ਸਿਰਫ A0 A1 ਤੋਂ ਲੈ ਕੇ am ਵਾਸਤੇ ਡਿਫਾਈਨਡ ਹੈ। ਇਹਦਾ ਮਤਲਬ rest of the terms are equal to 0, m+1 m+2 ਵਾਸਤੇ am+1 am+2 ਇਹ ਸਾਰੇ ਆਪਣੇ ਕੋਲ 0। ਸੋ ਤਾਂ ਹੀ ਕਰਕੇ ਉਹਨੇ ਜਨਰੇਟਿੰਗ ਫੰਕਸ਼ਨ ਸਿਰਫ ਕਿਤੋਂ ਤੱਕ ਪੁੱਛਿਆ, ਦੇਖ ਲਓ what is the generating function for the sequence A0 A1 A2 so on am। ਕੀ ਜਨਰੇਟਿੰਗ ਫੰਕਸ਼ਨ ਹੋਊਗਾ ਇਹ ਫਾਈਂਡ ਕਰਨਾ। ਤਾਂ ਸੇਮ ਉਸੇ ਤਰ੍ਹਾਂ ਆਪਾਂ ਜਨਰੇਟਿੰਗ ਫੰਕਸ਼ਨ ਜੇ ਫਾਈਂਡ ਕਰਨਾ ਹੈਗਾ A0 A1 ਦੇ ਨਾਲ x A2 ਨਾਲ x ਸਕੁਅਰ am ਨਾਲ x ਦੀ ਪਾਵਰ m ਮਲਟੀਪਲਾਈ ਕਰਾਂਗੇ।
वैल्यूज पुट कर देंगे। ए नॉट की वैल्यू होगी MC नॉट, A1 की वैल्यू होगी MC1, A2 की वैल्यू होगी MC2 और A वैल्यू होगी MC2 और बाकी दे टर्म्स क्योंकि नहीं गिवन है क्या, देयरफॉर वी हैव टेकन कन्वेंशनली देम इक्वल टू 0। ਤੇ ਇਹ ਵਾਲਾ ਤੁਸੀਂ ਦੇਖ ਸਕਦੇ ਹੋ ਬਾਇਨੋਮੀਅਲ ਐਕਸਪੈਂਸ਼ਨ ਬਣ ਗਿਆ ਹੈਗਾ ਕਿਸ ਦਾ 1 plus x the power m. If you apply the binomial theorem and expand it, you will get same this combination. So its sum up is, its closed form is 1 plus x raised to power m. So this is the another example for the to find the generating function for a sequence. So the next example, the generating function for 1a square and so on. And now this is a sequence with infinite terms. So 1a square up to so on, that means it is a sequence with infinite terms. ठीक है, तो इसके विच हम generating function ਅਸੀਂ find करना हैगा। तो generating function इसका की होएगा, ਤੁਸੀਂ चेक कर सकते हो, gx will be 1 plus ax, ठीक है, a ਦੇ ਨਾਲ x multiply हो गया, फिर a square ਨਾਲ x square, that means you can say that it is a summation of ax raised to power a। ठीक है, इस समीशन ਨੂੰ ओपन करके देखो ਆਹੀ बन जानी है टर्म्स। ਤੇ ਫਿਰ ਇਸ ਦਾ ਟੋਟਲ ਜਿਹੜਾ ਹੈ ਇਹ ਵਾਲੀ ਜਿਹੜੀ ਹੈ ਇਹ ਵੀ ਤੁਹਾਡੇ ਕੋਲ ਕੀ ਹੋਗੀ, ਇੱਕ ਜੀਪੀ ਸੀਰੀਜ਼ ਹੋਗੀ ਔਰ ਇਸ ਜੀਪੀ ਸੀਰੀਜ਼ ਦਾ ਟੋਟਲ ਅਪ ਟੂ ਇਨਫਾਈਨਾਈਟ ਟਰਮਸ ਅਸੀਂ ਫਾਈਂਡ ਕਰਨਾ ਹੈ। ਤੇ ਜੀਪੀ ਸੀਰੀਜ਼ ਦਾ ਅਪ ਟੂ ਇਨਫਾਈਨਾਈਟ ਟੋਟਲ ਦਾ ਫਾਰਮੂਲਾ ਹੁੰਦਾ ਹੈ a upon 1 minus r, means a means the first term, r means the common ratio। first term ਸਾਡੇ ਕੋਲ 1 ਹੈ ਔਰ common ratio ਸਾਡੇ ਕੋਲ ax ਹੈ ਇਸ ਦੇ ਵਾਸਤੇ। So इस सीक्वेंस ਦਾ 1a square up to so on, ਇਸ ਦਾ ਜਨਰੇਟਿੰਗ ਫੰਕਸ਼ਨ ਹੈ 1 over 1 minus ax when mod ax is less than 1। ਇਹ ਤਾਂ ਲਿਖਿਆ ਹੈਗਾ ਕਿਉਂਕਿ ਨਾ ਜੀਪੀ ਸੀਰੀਜ਼ ਜਿਹੜੀ ਹੁੰਦੀ ਹੈ ਉਹ ਉਦੋਂ ਹੀ ਕਨਵਰਜੈਂਟ ਹੁੰਦੀ ਹੈ ਜਦੋਂ ਉਸ ਦਾ ਕਾਮਨ ਰੇਸ਼ੀਓ ਦਾ ਮੋਡੂਲਸ ਲੈਸ ਦੈਨ 1। so that's why we have taken the condition mod ax less than 1 and a is non zero। a अगर नॉन जीरो ना कर, क्योंकि नहीं तो फिर कॉमन रेशियो 0 हो जाए, कॉमन रेशियो 0 हो जाए तो ऐसी जीपी सीरीज फिर ये ਜਿਹੜੀ ਹੈ ਉਹ ਨਹੀਂ ਵੈਲਿਡ। so that's why a not equal to 0। ਤੇ ਹੁਣ ਇਹ ਐਜ਼ ਅ ਫਾਰਮੂਲਾ ਹੈਗਾ ਜਿਹੜਾ ਅਸੀਂ ਯੂਜ਼ ਕਰਿਆ ਕਰਨਾ ਹੈ। so that's why therefore to remember generating function of a power n, सीक्वेंस यही वाली सी ना a power n, इस दे विच n ਜਿਹੜਾ ਹੈ ਪਹਿਲਾਂ 0 ਪੁੱਟ ਕਰ ਦੋ ਤਾਂ 1 ਆ ਜਾਏਗਾ, 1 ਪੁੱਟ ਕਰ ਦੋ ਇਹ 1 a ਆ ਜਾਏਗਾ, ਫਿਰ a square up to so on। ਤਾਂ ਇਸ ਦਾ ਜਨਰੇਟਿੰਗ ਫੰਕਸ਼ਨ ਹੈ 1 over 1 minus ax and vice versa। vice versa ਦਾ ਮਤਲਬ if you are given the generating function in this form, you have to remember this because we will use it as a formula in the questions। so ਅਗਰ ਤੁਹਾਨੂੰ ਇਹ given ਹੋਏਗਾ ਕਿ 1 over 1 minus ax ਜਨਰੇਟਿੰਗ ਫੰਕਸ਼ਨ ਹੈ ਤਾਂ ਤੁਸੀਂ ਉਹਦੇ ਕੋਰਸਪੋਂਡਿੰਗ ਸੀਕੁਐਂਸ ਫਿਰ ਕੀ ਲਿਖਿਆ ਕਰਨੀ ਹੈ, a ਦੀ ਪਾਵਰ ਹੈ। ਜਸਟ ਤੁਸੀਂ ਉਰੇ ਇਹ ਜਿਹੜਾ x ਹੈ ਇਹਦਾ ਕੋਐਫੀਸ਼ੀਐਂਟ ਨੋਟ ਕਰਿਆ ਕਰਨਾ ਹੈ, ਇਸ x ਦਾ ਕੋਐਫੀਸ਼ੀਐਂਟ ਫਿਰ ਉਹਦਾ ਨੈਗੇਟਿਵ ਲੈ ਲਓ। x ਦਾ ਕੋਐਫੀਸ਼ੀਐਂਟ ਹੈ -a ਤੇ ਫਿਰ ਇਹਦਾ ਨੈਗੇਟਿਵ ਲੈ ਲਓ ਤਾਂ a ਬਣ ਗਿਆ +a ਤੇ ਉਸ a ਦੀ ਪਾਵਰ ਕਰ ਦੇਣੀ ਹੈ n। ਤਾਂ ਇਹ ਐਜ਼ ਅ ਫਾਰਮੂਲਾ ਤੁਸੀਂ ਯਾਦ ਰੱਖਣਾ। ਨੈਕਸਟ ਐਗਜ਼ਾਮਪਲ ਸੇਮ ਇਹਦੇ ਵਰਗੀ ਹੀ ਹੈ। ਇਸ ਦੇ ਵਿੱਚ ਕੀ ਕੀਤਾ, ਇਹੀ ਵਾਲੀਆਂ ਜਿਹੜੀਆਂ ਟਰਮਸ ਸੀਗੀਆਂ a1a a square and so on, ਹਰੇਕ ਟਰਮ ਨੂੰ c ਨਾਲ ਅਸੀਂ ਮਲਟੀਪਲਾਈ ਕਰ ਦਿੱਤਾ, c square ca cube and so on। ਇਹਦਾ ਜਨਰੇਟਿੰਗ ਫੰਕਸ਼ਨ ਲਿਖਣਾ ਹੈਗਾ, ਸੇਮ ਉਹੀ ਸਟੈਪਸ ਹੈਗੇ, ਬਸ ਫਰਕ ਕੀ ਪਿਆ, c ਕਾਮਨ ਆ ਗਿਆ। ਠੀਕ ਹੈ, c ਕਾਮਨ ਲੈ ਲਓ ਤਾਂ ਅਗੇਨ ਤੁਹਾਡੇ ਕੋਲ ਅੰਦਰ ਕੀ ਬਚੇਗੀ, ਤੁਹਾਡੇ ਕੋਲ ਜੀਪੀ ਸੀਰੀਜ਼। ਠੀਕ ਹੈ, ਤੇ ਅਗੇਨ ਜਾਂ ਤੁਸੀਂ ਇਸ ਤੋਂ ਡਾਇਰੈਕਟ ਵੀ ਇਹ ਟੋਟਲ ਬਣਾ ਸਕਦੇ ਹੋ। ਫਸਟ ਟਰਮ ਉਰੇ ਆਪਣੇ ਕੋਲ c ਹੈਗੀ, ਕਾਮਨ ਰੇਸ਼ੀਓ ਅਗੇਨ ax ਹੈ, ਤਾਂ ਇਸ ਦਾ ਟੋਟਲ ਆਪਣੇ ਕੋਲ ਬਣ ਗਿਆ c over 1 minus ax। ਤੇ ਅਗੇਨ ਉਹੀ ਕੰਡੀਸ਼ਨ ਹੈ mod ax less than 1। ਤੇ ਇਹ ਵੀ ਤੁਸੀਂ ਐਜ਼ ਅ ਫਾਰਮੂਲਾ ਯਾਦ ਰੱਖਣਾ ਹੈ। just difference between the last formula and this formula is that here we have a constant multiple c, ਇੱਕ constant multiply ਹੋ ਗਿਆ sequence ਤਾਂ ਉਹਦੇ ਨਾਲ ਕੀ ਹੋਇਆ, ਜਨਰੇਟਿੰਗ ਫੰਕਸ਼ਨ ਵੀ ਉਸੇ constant ਨਾਲ multiply ਹੋ ਗਿਆ, just a thing and vice versa is also true। ਅਗਰ ਤੁਹਾਨੂੰ ਉੱਪਰ ਕੋਈ constant ਨਾਲ ਆ ਜਾਏਗਾ ਤਾਂ ਤੁਸੀਂ ਬਸ ਉਹ c ਨਾਲ ਲਗਾ ਦੇਣਾ ਔਰ ਸੀਕੁਐਂਸ ਉਸੇ ਤਰ੍ਹਾਂ ਹੀ ਬਣਾ ਲੈਣੀ ਹੈ ਜਿਵੇਂ ਲਾਸਟ ਐਗਜ਼ਾਮਪਲ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ। ਤਾਂ ਇਹ ਦੋਵੇਂ ਤਰੀਕੇ ਨਾਲ ਸਾਨੂੰ ਯੂਜ਼ ਕਰਨਾ ਪੈ ਸਕਦਾ ਹੈ। ਸੀਕੁਐਂਸ ਦੇ ਕੋਰਸਪੋਂਡਿੰਗ ਜਨਰੇਟਿੰਗ ਫੰਕਸ਼ਨ ਯੂਜ਼ ਕਰ ਲਿਆ ਕਰਾਂਗੇ ਜਾਂ ਫਿਰ ਜੇ ਜਨਰੇਟਿੰਗ ਫੰਕਸ਼ਨ ਹੋਇਆ ਉਹਦੇ ਕੋਰਸਪੋਂਡਿੰਗ ਸੀਕੁਐਂਸ ਅਸੀਂ ਫਾਈਂਡ ਕਰਿਆ ਕਰਾਂਗੇ। ਤਾਂ ਇਸ ਲਈ ਦੈਟਸ ਵਾਈ ਦੋਵੇਂ ਤਰੀਕੇ ਨਾਲ ਇਸ ਫਾਰਮੂਲੇ ਨੂੰ ਤੁਸੀਂ ਯਾਦ ਰੱਖਣਾ। ਇਹ ਵੀ ਐਜ਼ ਅ ਫਾਰਮੂਲਾਸ ਹੈਗੇ ਨੇ ਆਪਣੇ ਕੋਲ ਜਨਰੇਟਿੰਗ ਫੰਕਸ਼ਨ ਦੇ, ਜਿਸ ਚੋਂ ਹੈ ਬਾਇਨੋਮੀਅਲ ਕੋਐਫੀਸ਼ੀਐਂਟ, ਇਹਨੂੰ ਬਾਅਦ ਚ ਜਨਰੇਟਿੰਗ ਫੰਕਸ਼ਨ ਨਾਲ ਅਸੀਂ ਯੂਜ਼ ਕਰਿਆ ਕਰਾਂਗੇ। ਇਹ ਪਹਿਲਾਂ ਵੀ ਡਿਸਕਸ ਹੋਈ ਜਿਹੜੀ ਅਸੀਂ ਫਸਟ ਐਗਜ਼ਾਮਪਲ ਡਿਸਕਸ ਕੀਤੀ। ਤਾਂ 1 plus x ਦੀ ਪਾਵਰ n, ਠੀਕ ਹੈ, ਇਹਦੀ ਕੋਰਸਪੋਂਡਿੰਗ ਜਿਹੜੀ ਸੀਕੁਐਂਸ ਹੈ ਉਹ ਆਪਣੇ ਕੋਲ ਕਿਹੜੀ ਹੋਇਆ ਕਰੇਗੀ, CNR। ਰਿਮੈਂਬਰ ਇਟ, ਜਦੋਂ ਸਾਡੇ ਕੋਲ ਜਨਰੇਟਿੰਗ ਫੰਕਸ਼ਨ ਗਿਵਨ ਹੋਏਗਾ 1 plus x ਦੀ ਪਾਵਰ n, ਠੀਕ ਹੈ, ਤੇ ਇਸ ਦੀ ਕੋਰਸਪੋਂਡਿੰਗ ਜਿਹੜੀ ਸੀਕੁਐਂਸ ਹੈ where n is a positive integer,
उरे n जेड़ा है पॉजिटिव है उस केस च मैं गल कर रहा, नेगेटिव दे केस च मैं गल कर रहा। वी आर टॉकिंग अबाउट जस्ट ओनली द पॉजिटिव इंटीजर्स, n इज ए पॉजिटिव इंटीजर। देन उस केस दे विच ए अगर सानू जनरेटिंग फंक्शन दिता होगा और उरे n जेड़ा भी सानू दिता होएगा अगर वो पॉजिटिव होया तो ओदा कॉरेस्पॉन्डिंग सीक्वेंस ਅਸੀਂ लिख देना CNR। तो ਤੁਸੀਂ देख सकते हो कि CNR सीक्वेंस दे ਲਈ आ जनरेटिंग फंक्शन है। पहला r इक्वल टू 0 लिता था, cn 0 नाल x दी पावर 0, cn 1 की हो गया x दी पावर 1 ਉਹਦੇ ਨਾਲ ਮਲਟੀਪਲਾਈ। इसी तरह जनरली CNR ਦੇ ਨਾਲ आ गया x दी पावर r, the corresponding sequence is CNR, यानी कि ये ਤੁਹਾਡਾ AR हो गया। the corresponding sequence is AR which is equal to CNR। नोटेशन ਤੁਸੀਂ ਕੋਈ ਵੀ यूज कर सकते हो, पहला CR नोटेशन लिखी सी ਐਵੇਂ वाली, इस तरह लिखना है ਐਵੇਂ भी लिख सकते हो NR, ठीक है, मीनिंग सेम है, कंबीनेशन हैगा। ਤੇ ਨੈਕਸਟ ਜਿਹੜਾ ਹੈ ਇਹ ਤਾਂ ਮੈਂ ਤੁਹਾਨੂੰ ਦੱਸਿਆ ਕਿ ਜਦੋਂ 1 x ਦੀ ਪਾਵਰ ਪੋਜ਼ਿਟਿਵ ਹੋਵੇ ਦੈਨ, ਬਟ ਜਦੋਂ 1 x ਦੀ ਪਾਵਰ ਸਾਡੇ ਕੋਲ 네ਗੇਟਿਵ ਹੋਏਗੀ ਉਦੋਂ ਕੀ ਹੋਏਗਾ, ਤਾਂ ਉਹਦੇ ਤੱਕ ਪਹੁੰਚਣ ਲਈ ਪਹਿਲਾਂ ਮੈਂ ਇੱਕ ਇਹ ਤੁਹਾਨੂੰ ਡਿਫਾਈਨ ਕਰਨ ਲੱਗਿਆ ਐਕਸਟੈਂਡਡ ਬਾਇਨੋਮੀਅਲ ਕੋਐਫੀਸ਼ੀਐਂਟ। ਐਕਸਟੈਂਡਡ ਬਾਇਨੋਮੀਅਲ ਕੋਐਫੀਸ਼ੀਐਂਟ ਹੈਗਾ UK, u भी अपने को इंटीजर होएगा और k है जेड़ा वो भी अपने को इंटीजर होएगा। ते जदों तक k इक्वल टू 0 है, जदों तक k इक्वल टू 0 है तो UC0, ये अपन सारियां नूं पता है UC0 इज ऑलवेज इक्वल टू 1 हुंदा है, ताही करके लिखा है व्हेन k इज 0 इट इज इक्वल टू 1। अदरवाइज इसनूं तुसी किवें लिखना है, तुसी इसनूं जिवें तुहानूं अगर पता होवे सारियां नूं NC1 नूं ਅਸੀਂ लिखदे हुंदे n, NC2 ਨੂੰ ਜੇ ਤੁਸੀਂ ਬਾਇਨੋਮੀਅਲ ਕੋਐਫੀਸ਼ੀਐਂਟ ਨੂੰ ਐਕਸਪੈਂਡ ਕਰਦੇ ਹੋ ਇਸ ਨੂੰ ਤੁਸੀਂ ਲਿਖਦੇ ਹੁੰਦੇ ਹੋ n - 1 / 2 ਫੈਕਟੋਰੀਅਲ, ਇਸ ਤਰ੍ਹਾਂ ਲਿਖਿਆ ਜਾਂਦਾ ਹੈ। NC3 ਜਿਹੜਾ ਹੁੰਦਾ ਹੈ ਉਹ ਆਪਣੇ ਕੋਲ ਹੁੰਦਾ ਵੈਸੇ ਬਾਇਨੋਮੀਅਲ ਕੋਐਫੀਸ਼ੀਐਂਟ ਜਿਹੜਾ ਹੈ n - 1 n - 2 n - 3 ਸੌਰੀ upon 3 ਫੈਕਟੋਰੀਅਲ। ਤਾਂ ਇਹ ਹੈਗਾ ਐਕਸਟੈਂਡਡ ਬਾਇਨੋਮੀਅਲ ਕੋਐਫੀਸ਼ੀਐਂਟ। ਇਹ ਸਿਰਫ ਪੋਜ਼ਿਟਿਵਸ ਵਾਸਤੇ ਹੁੰਦਾ ਹੈ ਕਿ ਜਦੋਂ n ਪੋਜ਼ਿਟਿਵ ਹੈ ਉਦੋਂ ਆਪਾਂ NC3 ਕਹਿੰਦੇ ਹੁੰਦੇ ਹਾਂ, बट उन्हें कंबीनेशन नहीं हैगा, ये जनरल बाइनोमियल कोएफिशिएंट है, एक्सटेंडेड बाइनोमियल कोएफिशिएंट है। ਤਾਂ ਉਦੋਂ ਤੁਸੀਂ ਇਸ ਨੂੰ ਲਿਖਣ ਦਾ ਤਰੀਕਾ ਉਹੀ ਰਹੇਗਾ ਕਿ ਜਿਵੇਂ NC2 ਸੀਗਾ ਤਾਂ ਅਪ ਟੂ ਕਿੱਥੇ ਤੱਕ ਆਇਆ n-1 ਤੱਕ, ਪੂਰੇ ਹੁਣ k ਹੈ, ਹੁਣ ਤੁਸੀਂ ਦੇਖ ਸਕਦੇ ਹੋ ਜੇ 2 ਹੈ ਤਾਂ -1 ਤੱਕ ਆਇਆ, ਇੱਕ ਲੈਸ ਤੱਕ, ਤਾਂ ਹੀ ਕਰਕੇ ਇਹਨੂੰ ਵੀ ਕਿੱਥੇ ਤੱਕ ਲਿਖਿਆ ਗਿਆ u - k - 1, you can see it is u - k - 1, क्योंकि जब ब्रैकेट ओपन करोगे it will be u - k + 1, और जितना इंडेक्स ਹੁੰਦਾ ਉਰੇ k ਤਾਂ ਉਨਾ ਹੀ ਫੈਕਟੋਰੀਅਲ ਨਾਲ ਡਿਵਾਈਡ ਹੁੰਦਾ k ਫੈਕਟੋਰੀਅਲ। ਤਾਂ ਕੰਟੀਨਿਊਏਸ਼ਨ ਦੇ ਵਿੱਚ u ਦੇ ਵਿੱਚੋਂ ਇੱਕ ਇੱਕ ਮਾਈਨਸ ਕਰੀ ਜਾਣਾ, u - 1 u - 2 ਕਦੋਂ ਤੱਕ ਮਾਈਨਸ ਕਰਨਾ k - 1 ਤੱਕ divided by k factor। this is the extended binomial coefficient, ठीक है, क्योंकि उरे ਜਿਹੜਾ ਆਪਣੇ ਕੋਲ u ਹੈਗਾ that is not necessarily positive, u is any real number, not only a positive integer, u can be any real number। so real number ਦਾ ਮਤਲਬ ਇਹ ਫ੍ਰੈਕਸ਼ਨ ਦੇ ਵਿੱਚ ਵੀ ਆ ਸਕਦਾ ਤੁਹਾਨੂੰ, you can also be in the fraction, but when we talk about combination then there will be ਜਦੋਂ ਅਸੀਂ NC0 NC1 ਵਗੈਰਾ ਦੀ ਗੱਲ ਕਰਦੇ ਹਾਂ ਉੱਥੇ n ਜ਼ਰੂਰੀ ਹੁੰਦਾ ਪੋਜ਼ਿਟਿਵ ਇੰਟੀਜਰ ਹੋਵੇ, ਠੀਕ ਹੈ, ਤਾਂ ਉਹ ਸਿੰਪਲ ਬਾਇਨੋਮੀਅਲ ਕੋਐਫੀਸ਼ੀਐਂਟਸ ਹੁੰਦੇ ਆ ਜੋ ਅਸੀਂ ਪਹਿਲਾਂ ਪੜ੍ਹੇ ਆ ਵਾਲੇ ਪਿਛਲੀ ਸਲਾਈਡ ਦੇ ਵਿੱਚ ਦੇਖੇ ਸੀ। these are simple binomial coefficient, ਇਹਦੇ ਵਿੱਚ n ਵੀ ਪੋਜ਼ਿਟਿਵ ਹੈ ਔਰ ਪੋਜ਼ਿਟਿਵ ਇੰਟੀਜਰ ਹੈ ਔਰ r ਹੈ ਜਿਹੜਾ ਉਹ ਵੀ ਪੋਜ਼ਿਟਿਵ ਇੰਟੀਜਰ ਹੈ, ਬਟ ਪੂਰੇ ਜਿਹੜਾ ਆਪਣੇ ਕੋਲ ਉੱਪਰ ਵਾਲਾ ਹੈਗਾ u ਉਹ ਜ਼ਰੂਰੀ ਨਹੀਂ ਹੈ ਪੋਜ਼ਿਟਿਵ ਇੰਟੀਜਰ ਹੈ, ਇਟ ਇਜ਼ ਐਨੀ ਰੀਅਲ ਨੰਬਰ, ਤਾਂ ਹੀ ਕਰਕੇ ਇਹਨੂੰ ਐਕਸਟੈਂਡਡ ਬਾਇਨੋਮੀਅਲ ਕੋਐਫੀਸ਼ੀਐਂਟ ਬੋਲਿਆ ਜਾਂਦਾ ਹੈ। ਜਿਹੜਾ ਸਿੰਪਲ ਬਾਇਨੋਮੀਅਲ ਕੋਐਫੀਸ਼ੀਐਂਟ ਹੈ ਇਟ ਵਿਲ work upon only positive integers, but ਜਿਹੜਾ extended binomial coefficient ਹੈ it works upon every real number, u belongs to r। so ਇਹਦੀ ਐਗਜ਼ਾਮਪਲ ਵੀ ਮੈਂ ਤੁਹਾਨੂੰ ਨੈਕਸਟ ਸਲਾਈਡ ਦੇ ਵਿੱਚ ਸ਼ੋ ਕਰਦਾ ਕਿ ਕਿਵੇਂ ਤੁਸੀਂ ਇਹਨੂੰ ਸੋਲਵ ਕਰਿਆ ਕਰਨਾ। you can see here ਅਸੀਂ ਜਿਵੇਂ -2 3 ਇਹ ਐਕਸਟੈਂਡਡ ਬਾਇਨੋਮੀਅਲ ਕੋਐਫੀਸ਼ੀਐਂਟ ਜਾਂ 1/2 3 ਇਹਨੂੰ ਫਾਈਂਡ ਕਰਨਾ, ਤਾਂ ਤੁਸੀਂ ਉਰੇ ਦੇਖ ਸਕਦੇ ਹੋ u ਦੀ ਵੈਲਿਊ ਪੋਜ਼ਿਟਿਵ ਨਹੀਂ ਹੈਗੀ, u ਦੀ ਵੈਲਿਊ ਨੈਗੇਟਿਵ ਆ ਗਈ ਜਾਂ ਫਿਰ u ਦੀ ਵੈਲਿਊ ਉਰੇ ਫ੍ਰੈਕਸ਼ਨ ਦੇ ਵਿੱਚ ਵੀ ਆ ਗਈ। ਸੋ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈਗਾ ਕਿ ਜਿਹੜੇ ਐਕਸਟੈਂਡਡ ਬਾਇਨੋਮੀਅਲ ਕੋਐਫੀਸ਼ੀਐਂਟਸ ਹੈ ਉਹਨਾਂ ਵਿੱਚ u ਜਿਹੜਾ ਹੈ ਉਹ ਕੋਈ ਵੀ ਰੀਅਲ ਹੋ ਸਕਦਾ ਹੈ, ਪੋਜ਼ਿਟਿਵ ਵੀ ਆ ਸਕਦਾ ਹੈ, ਨੈਗੇਟਿਵ ਵੀ ਆ ਸਕਦਾ ਹੈ, ਫ੍ਰੈਕਸ਼ਨ ਦੇ ਵਿੱਚ ਵੀ ਆ ਸਕਦਾ ਹੈ, ਇੰਟੀਜਰ ਜ਼ਰੂਰੀ ਨਹੀਂ ਹੈ। ਤਾਂ ਤੁਸੀਂ ਦੇਖਣਾ -2 3 ਕਿਵੇਂ ਫਾਈਂਡ ਕਰਨਾ ਤੁਸੀਂ। ਸੋ ਲੈਟ ਅਸ ਸੀ ਜਿਹੜਾ ਸੀ ਉਹ ਫਾਰਮੂਲਾ ਦਿੱਤਾ ਸੀ k ਆਪਣੇ ਕੋਲ 3 ਹੈਗਾ, ਸੋ ਉੱਥੇ ਸੀਗਾ 1/k ਫੈਕਟੋਰੀਅਲ, that means 1/3 ਫੈਕਟੋਰੀਅਲ। ਫਿਰ ਕੀ ਕਰਨਾ ਸੀਗਾ, ਪਹਿਲਾਂ u ਫਿਰ u - 1 ਫਿਰ ਇਸ ਦੇ ਨਾਲ u - 2 और कित्थों तक ਇਹਨੂੰ ਸਟਾਪ ਕਰਨਾ ਸੀਗਾ k - 1 ਤੱਕ। k ਆਪਣਾ 3 ਹੈ ਤਾਂ ਇਸ ਕਰਕੇ ਆ 2 ਜਦੋਂ ਅਸੀਂ ਮਾਈਨਸ ਕਰ ਲਿਆ ਇੱਥੇ ਨੂੰ ਸਟਾਪ ਕਰ ਦਿਆ, ਤਾਂ ਹੀ ਕਰਕੇ ਇਹਨੇ ਲਿਖਿਆ ਹੋਇਆ -2 -3 -2 and you can simplify it simply 3 factorial is 6, ਇਹ ਕੈਂਸਲ ਹੋ ਕੇ ਤੁਹਾਡੇ ਕੋਲੇ ਬਚੇਗਾ -2।
इस तरह 1/2 3 ਨੂੰ ਤੁਸੀਂ ਸੋਲਵ ਕਰ ਲਓ। ਅਗੇਨ k ਤੁਹਾਡਾ 3 ਹੈਗਾ ਤਾਂ u -1 ਹਾਫ -1 ਕਰੋਗੇ, फिर हाफ -2 करोगे, ਤੇ ਹਾਫ -2 ਕਰੋਗੇ ਇਹ ਤੁਹਾਡੇ ਕੋਲ ਆਏਗਾ -3/2, ਹਾਫ -1 ਕਰੋਗੇ -ਹਾਫ, ਔਰ ਇਹ ਆ ਗਿਆ 1/2 ਤੇ k ਫੈਕਟੋਰੀਅਲ ਨਾਲ ਉਸੇ ਤਰ੍ਹਾਂ ਡਿਵਾਈਡ ਕਰਨਾ ਹੈ। 1/3 ਫੈਕਟੋਰੀਅਲ ਕੀਤਾ, ਇਹਨੂੰ ਸੋਲਵ ਕਰਕੇ ਆ ਗਿਆ 1/16। ਠੀਕ ਹੈ ਜੀ। एक्सटेंडेड बाइनोमियल थ्योरम ਜਿਹੜੀ ਹੈ ਜਿਸ ਦੇ ਵਿੱਚ ਇਹ ਹੈਗਾ 1 + x ਦੀ ਪਾਵਰ u, it will be equal to summation k 0 to infinity u k xk। ਸੋ ਕੀ ਕਰਨਾ ਹੈ ਇਹਦੇ ਵਿੱਚ, ਇਹਦਾ ਮਤਲਬ ਕੀ ਹੈਗਾ, ਕਿਉਂਕਿ ਉਰੇ ਮੈਂ ਤੁਹਾਨੂੰ ਪਹਿਲਾਂ ਹੀ ਮੈਂਸ਼ਨ ਕੀਤਾ ਹੈ ਕਿ u ਜਿਹੜਾ ਹੈਗਾ ਐਕਸਟੈਂਡਡ ਬਾਈਨੋਮੀਅਲ ਕੋਐਫੀਸ਼ੀਐਂਟਸ ਦੇ ਵਿੱਚ ਇਹ ਨਾਟ ਜ਼ਰੂਰੀ ਨਹੀਂ ਹੈ ਕਿ ਇਹ ਪੋਜ਼ਿਟਿਵ ਇੰਟੀਜਰ ਹੀ ਹੋਵੇ, u ਉਰੇ ਕੋਈ ਵੀ ਰੀਅਲ ਨੰਬਰ ਹੈ, u belongs to r। ठीक है। so 1 + x ਦੀ ਪਾਵਰ u, that means ਕੋਈ ਵੀ ਜਿਹੜੀ ਬਾਈਨੋਮੀਅਲ ਤੁਹਾਡੇ ਕੋਲ ਆ ਜੇ ਐਕਸਪੈਂਡ ਕਰਨ ਵਾਸਤੇ, ਚਾਹੇ ਉਹ ਨੈਗੇਟਿਵ ਪਾਵਰਸ ਦੇ ਨਾਲ ਹੋਵੇ ਜਿਵੇਂ 1 + x ਦੀ -1, ਚਾਹੇ ਉਹ ਫ੍ਰੈਕਸ਼ਨਲ ਪਾਵਰਸ ਦੇ ਨਾਲ ਹੋਵੇ ਜਿਵੇਂ 1 + x ਦੀ ਪਾਵਰ ਹਾਫ। ਠੀਕ ਹੈ, ਕੁਝ ਵੀ ਹੋ ਸਕਦਾ ਹੈ, 1 + x ਦੀ ਪਾਵਰ -4 ਕੋਈ ਵੀ, ਤਾਂ ਤੁਸੀਂ ਉਸ ਨੂੰ ਇਸ ਫਾਰਮੂਲੇ ਨਾਲ ਐਕਸਪੈਂਡ ਕਰ ਸਕਦੇ। ਜਦੋਂ ਸਾਡੇ ਕੋਲ ਬਾਈਨੋਮੀਅਲ ਦੇ ਵਿੱਚ ਪਾਵਰ ਪੋਜ਼ਿਟਿਵ ਹੁੰਦੀ ਹੈ then we have only finitely many terms, ਜਿਵੇਂ ਅਸੀਂ 1 + x ਦੀ ਪਾਵਰ n ਵਾਲਾ ਡਿਸਕਸ ਕੀਤਾ ਸੀ, ਉਸ ਚ finitely many terms ਸੀਗੀਆਂ। ਇਹ ਦੇਖੋ ਜਿਹੜੀ ਅਸੀਂ ਪਹਿਲਾਂ ਆ ਵਾਲੀ ਡਿਸਕਸ ਕੀਤੀ, ਇਹ ਵਾਲੀ, ਇਸ ਚ ਅਪ ਟੂ x ਦੀ ਪਾਵਰ n ਤੱਕ ਸੀਗਾ, ਜੋ ਇਹ ਪਾਵਰ ਹੈ ਉੱਥੇ ਤੱਕ ਹੀ ਹੁੰਦਾ। ਬਟ ਉਰੇ ਆਪਣੇ ਕੋਲ ਜਿਹੜਾ ਹੈ, ਕਿਉਂਕਿ ਨਿਊ ਰੀਅਲ ਨੰਬਰ ਹੈ, ਇਸ ਕਰਕੇ ਇਹ ਵਾਲਾ ਸਮੀਸ਼ਨ ਸਾਡੇ ਕੋਲ ਹੈਗਾ ਇਨਫਾਈਨਾਈਟ, u varying from 0 to infinity, ਇਹ ਸਮੀਸ਼ਨ ਸਾਡੇ ਕੋਲ ਇਨਫਾਈਨਾਈਟ ਹੈ। ਤਾਂ ਜੇਕਰ ਇਨਫਾਈਨਾਈਟ ਹੈ ਤਾਂ ਇਸ ਸਮੀਸ਼ਨ ਦੇ ਵਿੱਚ ਜਿਹੜੇ ਆ ਤੁਹਾਡੇ ਕੋਲ ਹੋਣਗੇ uk, ਠੀਕ ਹੈ, ਇਹ ਤੁਸੀਂ ਚੈੱਕ ਕਰ ਲੈਣਾ ਕਿ k ਤੁਹਾਡਾ ਇਸ ਪਾਵਰ ਨਾਲ ਮੈਚ ਕਰਦਾ ਹੋਵੇ, ਔਰ ਉੱਪਰਲਾ u ਜਿਹੜਾ ਵੀ ਹੋਏਗਾ ਉਸ ਦਾ ਜਨਰੇਟਿੰਗ ਫੰਕਸ਼ਨ ਫਿਰ ਤੁਸੀਂ ਐਵੇਂ ਲਿਖ ਦਿਆ ਕਰਨਾ 1 + x ਦੀ ਪਾਵਰ ਚ ਉਹੀ ਵਾਲਾ u ਲਿਖ, ਜਾਂ ਫਿਰ ਜੇ ਤੁਹਾਨੂੰ ਆ ਜਨਰੇਟਿੰਗ ਫੰਕਸ਼ਨ ਗਿਵਨ ਹੈ ਇਹਦੇ ਕੋਰਸ ਜਿਵੇਂ ਇਹ ਵਾਲਾ ਜਨਰੇਟਿੰਗ ਫੰਕਸ਼ਨ ਦੇਤਾ 1 + x ਦੀ -1, ਇਹਦੀ ਸੀਕੁਐਂਸ ਫਾਈਂਡ ਕਰਨੀ ਹੈ ਅਸੀਂ, ਤਾਂ ਇਹਦੀ ਸੀਕੁਐਂਸ ਕੀ ਹੋਏਗੀ, ਜਸਟ ਆ ਵਾਲਾ ਬਾਈਨੋਮੀਅਲ ਕੋਐਫੀਸ਼ੀਐਂਟ u ਕਿੰਨਾ ਲੈ ਲਓ -1 ਤੇ k, ਆ ਇਹਦੀ ਸੀਕੁਐਂਸ ਬਣ ਗਈ। ਤੇ ਜੇ ਆ ਜਨਰੇਟਿੰਗ ਫੰਕਸ਼ਨ ਗਿਵਨ ਹੋਏਗਾ ਇਹਦੀ ਸੀਕੁਐਂਸ ਕੀ ਬਣ ਜਾਏਗੀ, ਜਿਵੇਂ -4k, ਆ ਵਾਲਾ ਬਾਈਨੋਮੀਅਲ ਕੋਐਫੀਸ਼ੀਐਂਟ। ਤਾਂ ਕੁਝ ਵੀ ਨਹੀਂ ਕਰਨਾ ਹੋਏਗਾ, ਜਿਹੜੀ ਵੀ ਪਾਵਰ ਤੁਹਾਨੂੰ ਗਿਵਨ ਹੈ ਉਹ ਪਾਵਰ ਦੇਖੋ, ਉਹਦਾ ਬਾਈਨੋਮੀਅਲ ਕੋਐਫੀਸ਼ੀਐਂਟ ਬਣਾ ਕੇ ਲਿਖ ਦਿਓ, that will be your sequence। ਠੀਕ ਹੈ, ਸਮੀਸ਼ਨ ਚੈੱਕ ਇਹ ਵਾਲਾ ਜਿਹੜਾ ਹੈ ਰਾਈਟ ਸਾਈਡ ਤੇ ਜੇ ਤੁਹਾਨੂੰ ਗਿਵਨ 1 + x ਦੀ ਪਾਵਰ u ਗਿਵਨ ਹੈ ਤੁਹਾਨੂੰ ਜਨਰੇਟਿੰਗ ਫੰਕਸ਼ਨ, और ਤੁਹਾਨੂੰ ਕਿਹਾ ਗਿਆ ਦੀ ਸੀਕੁਐਂਸ ਫਾਈਂਡ ਕਰੋ, ਜਿਵੇਂ ਇਹ ਹੈ ਤਾਂ ਇਹਦਾ ਬਣ ਜਾਏਗਾ 1/2k, ਇਹ ਸੀਕੁਐਂਸ ਬਣ ਜਾਏਗਾ। ਠੀਕ ਹੈ, ਤਾਂ ਇਸ ਤਰ੍ਹਾਂ ਤੁਸੀਂ ਜਿਹੜੇ ਹੈ ਜਨਰੇਟਿੰਗ ਫੰਕਸ਼ਨ ਤੋਂ ਸੀਕੁਐਂਸਸ ਫਾਈਂਡ ਕਰ ਲਿਆ ਕਰ। ਤਾਂ ਇਹ ਸੀਗੀ ਐਕਸਟੈਂਡਡ ਬਾਈਨੋਮੀਅਲ ਥਿਊਰਮ, ਹੈਗੀ ਹੈ ਐਕਸਟੈਂਡਡ ਬਾਈਨੋਮੀਅਲ ਥਿਊਰਮ ਦੀ, ਉਹ ਗੱਲ ਕਰਾਂਗੇ। ਜਿਵੇਂ ਕਹਿੰਦਾ ਫਾਈਂਡ ਦਾ ਸੀਕੁਐਂਸ ਫॉर which 1 + x ਦੀ -n where n belongs to z plus are the generating functions। ਹੁਣ -n ਆ ਗਿਆ ਨਾ, u ਤੁਹਾਡਾ ਨੈਗੇਟਿਵ ਆ ਗਿਆ, ਤਾਂ ਫਿਰ ਸੀਕੁਐਂਸ ਫਾਈਂਡ ਕਰਨੀ ਹੈ, ਤਾਂ 1 + x ਦੀ -n ਐਕਸਟੈਂਡਡ ਬਾਈਨੋਮੀਅਲ ਥਿਊਰਮ ਕਹਿੰਦੀ ਹੈ ਇਹ ਹੋਏਗਾ। ਠੀਕ ਹੈ, u ਆਪਣੇ ਕੋਲ -n ਹੋ ਗਿਆ, uk x ਦੀ ਪਾਵਰ k। ਹੁਣ ਇਹਨੂੰ ਤੁਸੀਂ ਜੇ -nk ਬਾਈਨੋਮੀਅਲ ਐਕਸਟੈਂਡਡ ਬਾਈਨੋਮੀਅਲ ਕੋਐਫੀਸ਼ੀਐਂਟ ਜਿਹੜਾ ਮੈਂ ਤੁਹਾਨੂੰ ਲਿਖਵਾਇਆ ਸੀ ਉਹਦੀ ਵੈਲਿਊ ਪੁੱਟ ਕਰ ਦਿਓ, ਉਹੀ ਸੇਮ 1/k ਫੈਕਟੋਰੀਅਲ -n -n -1 -n -k + 1 ਇਹਦੀ ਵੈਲਿਊ ਪੁੱਟ ਕਰਤੀ। ਫਿਰ ਇਹ ਮਾਈਨਸ ਦੇਖ ਲਓ ਕਿੰਨੇ ਟਾਈਮਸ ਆ ਗਿਆ ਤੁਹਾਡੇ ਕੋਲ, ਮਾਈਨਸ ਜਿਹੜਾ ਹੈਗਾ ਇਹ ਆਪਣੇ ਕੋਲ ਆ ਗਿਆ k ਟਾਈਮਸ, ਸੋ -1 ਦੀ ਪਾਵਰ k ਫੈਕਟੋਰੀਅਲ, ਤੇ ਇਧਰੋਂ ਦੀ ਇਹ ਸਾਰਿਆਂ ਚੋਂ ਜੇ ਮਾਈਨਸ ਲਿਖਤਾ ਤਾਂ n n + 1 so on n + k - 1, ਤੇ ਇਸ ਚੀਜ਼ ਨੂੰ ਤੁਸੀਂ ਲਿਖ ਸਕਦੇ ਹੋ n + k - 1k, ਇਹ ਵਾਲਾ ਬਾਈਨੋਮੀਅਲ ਕੋਐਫੀਸ਼ੀਐਂਟ ਲਿਖ ਸਕਦੇ। ਤਾਂ ਕਹਿਣ ਦਾ ਮਤਲਬ ਇਹ ਇੱਕ ਆਲਟਰਨੇਟ ਹੋ ਗਿਆ, ਤੁਸੀਂ ਇਸ ਦਾ ਡਾਇਰੈਕਟ ਆਨਸਰ ਆ ਵੀ ਦੇ ਸਕਦੇ ਸੀਗੇ ਕਿ the sequence is the binomial coefficient -nk, ਆ ਵੀ ਤੁਸੀਂ ਆਨਸਰ ਦੇ ਵਿੱਚ ਕੱਲਾ ਪ੍ਰੋਵਾਈਡ ਕਰ ਸਕਦੇ ਸੀ। ਠੀਕ ਹੈ, ਤੇ ਇਹ ਜਿਹੜਾ ਹੈ -nk, ਇਹਦਾ ਮਤਲਬ ਕੀ ਹੋ ਗਿਆ, ਇਹਦੇ ਇਕੁਅਲ ਆ ਗਿਆ ਸਰ, -1 ਦੀ ਪਾਵਰ k n + k - 1k, ਇਹਦੇ ਇਕੁਅਲ ਆ ਗਿਆ। ਸੋ ਇਸ ਦੇ ਤੁਸੀਂ ਦੋਵੇਂ ਤਰੀਕੇ ਨਾਲ ਆਨਸਰ ਦੇ ਸਕਦੇ ਹੋ, -nk ਬਾਈਨੋਮੀਅਲ ਕੋਐਫੀਸ਼ੀਐਂਟ ਵੀ ਦੇ ਸਕਦੇ ਹੋ, ਜਾਂ ਫਿਰ -1 ਦੀ k ਬਾਈਨੋਮੀਅਲ ਕੋਐਫੀਸ਼ੀਐਂਟ n + k - 1k, ਇਹ ਵੀ ਦੇ ਸਕਦੇ। ਤਾਂ ਇਸ ਨੂੰ ਤੁਸੀਂ ਓਪਨ ਕਰਕੇ ਦੇਖ ਲੈਣਾ ਹੈਗਾ ਕਿ ਇਹ ਇਹਦੇ ਬਰਾਬਰ ਕਿਵੇਂ ਬਣਿਆ ਹੈ, ਜਿਹੜਾ ਵਾਲਾ ਬਣਾਇਆ ਹੋਇਆ n + k - 1k, ਇਸ ਨੂੰ ਜੇ ਤੁਸੀਂ ਓਪਨ ਕਰੋਗੇ ਉਹੀ ਐਕਸਟੈਂਡਡ ਬਾਈਨੋਮੀਅਲ ਦੀ ਡੈਫੀਨੇਸ਼ਨ ਲਗਾ ਕੇ ਆ ਚੀਜ਼ ਬਣੇਗੀ ਤੁਹਾਡੀ, ਯੂ ਕੈਨ ਈਜ਼ੀਲੀ ਚੈੱਕ ਇਟ। ਠੀਕ ਹੈ, ਇਹ ਉਲਟਾ ਲਿਖਿਆ ਹੋਇਆ, ਜਿਵੇਂ ਪਹਿਲਾਂ u ਹੁੰਦਾ ਹੈ ਤੇ u - 1 ਫਿਰ u -
k + 1 ਜੇ ਕਰੋਗੇ ਤਾਂ ਲਾਸਟ ਵਿੱਚ ਤੁਹਾਡੇ ਕੋਲ n ਬਚੇ ਤੇ ਇਸੇ ਤਰ੍ਹਾਂ ਜਿਹੜਾ 1 + x ਦੀ ਆ ਸੀਕੁਐਂਸ ਦਾ ਆਨਸਰ ਦੇ ਵਿੱਚ ਦੇ ਦਿੱਤਾ ਠੀਕ ਹੈ ਤੇ ਜੇ 1 - x ਵਾਲੇ ਦਾ ਫਾਈਂਡ ਕਰਨਾ ਹੈਗਾ ਤਾਂ ਜਸਟ ਕੀ ਕਰੋ x ਨੂੰ ਕਿਹਦੇ ਨਾਲ ਰਿਪਲੇਸ ਕਰ ਦਿਓ -x ਨਾਲ ਤੇ ਜੇ x ਨੂੰ -x ਨਾਲ ਰਿਪਲੇਸ ਕਰੋਗੇ ਇਹਦੇ ਵਿੱਚੋਂ ਇੱਕ -1 ਦੀ ਪਾਵਰ k ਨਿਕਲ ਕੇ ਆਏਗਾ ਤੇ -1 ਦੀ k ਇਹਦੇ ਅੱਗੇ ਵੀ ਹੈਗਾ ਤਾਂ -1 ਦੀ k into -1 ਦੀ k ਉਹ -1 ਦੀ 2k ਬਣ ਜਾਏਗਾ ਈਵਨ ਪਾਵਰ ਬਣ ਜਾਏਗੀ ਉਹ +1 ਤਾਂ ਫਿਰ ਇਸ ਦਾ ਜਿਹੜਾ ਆਨਸਰ ਹੈ ਸਾਡੇ ਕੋਲ ਸਿੰਪਲੀ ਇਹ ਆ ਗਿਆ n + k - 1 ਤਾਂ ਮੈਂ ਇਸੇ ਕਰਕੇ ਇਹਨੂੰ ਕਨਵਰਟ ਕੀਤਾ ਸੀ ਤਾਂ ਕਿ ਇਸ ਦੇ ਵਿੱਚ ਇਹ ਪ੍ਰੋਬਲਮ ਜਿਹੜੀ ਹੈ ਉਹ ਸੌਰਟ ਆਊਟ ਹੋ ਜਾਏ -1 ਦੀ ਪਾਵਰ k ਤਾਂ ਇਹ ਤੁਸੀਂ ਡਾਇਰੈਕਟਲੀ ਚਾਹੇ ਇਹ ਦੋਵੇਂ ਫਾਰਮੂਲੇ ਐਸ ਡਾਇਰੈਕਟਲੀ ਤੁਸੀਂ ਲਰਨ ਕਰ ਲੈਣੇ ਠੀਕ ਹੈ ਜੇਕਰ ਸਾਡੇ ਕੋਲ 1 + x ਦੇ ਨਾਲ ਦਿੱਤਾ ਹੋਊਗਾ ਤਾਂ ਆ ਵਾਲਾ ਬਾਈਨੋਮੀਅਲ ਕੋਐਫੀਸ਼ੀਐਂਟ ਹੈ ਜਨਰੇਟਿੰਗ ਫੰਕਸ਼ਨ ਜੇ 1 + x ਨਾਲ ਦਿੱਤਾ ਹੋਊਗਾ ਤੇ ਜੇ 1 - x ਨਾਲ ਦਿੱਤਾ ਹੋਊਗਾ ਤਾਂ ਇਹ ਇਹਦਾ ਸੀਕੁਐਂਸ ਹੈਗਾ ਕੋਰਸਪੋਂਡਿੰਗ ਇਹ ਤੁਸੀਂ ਯਾਦ ਰੱਖਣੇ ਐਸ ਟੂ ਫਾਰਮੂਲਾਸ ਜਿਹੜੇ ਹੈ ਇਹ ਯਾਦ ਰੱਖ ਕੇ ਤੁਸੀਂ ਚੱਲਨੇ ਆ ਇਹ ਯੂਜ਼ ਕਰਾਂਗੇ ਰੈਕਰੈਂਸ ਰਿਲੇਸ਼ਨ ਦੇ ਵਿੱਚ ਤਾਂ ਅੱਜ ਦੇ ਲੈਕਚਰ ਵਿੱਚ ਚਾਰ ਫਾਰਮੂਲੇ ਮੈਂ ਤੁਹਾਨੂੰ ਡਿਸਕਸ ਕਰਵਾਏ 1a² ਐਂਡ ਸੋ ਔਨ ਉਹਦਾ ਜਨਰੇਟਿੰਗ ਫੰਕਸ਼ਨ ਸੀ 1/1 - kx ਫਿਰ ca² ca³ ਐਂਡ ਸੋ ਔਨ ਉਹਦਾ ਜਨਰੇਟਿੰਗ ਫੰਕਸ਼ਨ ਸੀ c/1 - kx ਫਿਰ ਇਹ ਵਾਲਾ ਆਇਆ ਆਪਣੇ ਕੋਲ ਇਹਦਾ ਜਨਰੇਟਿੰਗ ਫੰਕਸ਼ਨ ਹੈ 1 + x ਦੀ -n ਠੀਕ ਹੈ ਜਿਹੜਾ ak ਆ ਵਾਲਾ ਲਿਖਿਆ ਹੋਇਆ ਸੀ ਇਹ ਵਾਲਾ ਸੌਰੀ ਤੇ ਜਿਹੜਾ ਆ ਵਾਲਾ AK ਲਿਖਿਆ ਹੈ ਇਸ ਦਾ ਹੈਗਾ ਆਪਣੇ ਕੋਲ 1 - x ਦੀ ਮਾਈਨਸ ਤਾਂ ਇਹ ਚਾਰੋਂ ਫਾਰਮੂਲੇ ਤੁਸੀਂ ਲਰਨ ਕਰਨੇ ਹੈਗੇ ਠੀਕ ਹੈ ਇਹਨਾਂ ਦੀ ਡੈਰੀਵੇਸ਼ਨਸ ਮੈਂ ਤੁਹਾਨੂੰ ਦੇ ਦਿੱਤੀਆਂ ਹੈਗੀਆਂ ਇਹਨਾਂ ਨੂੰ ਰੈਫਰੈਂਸ ਰਿਲੇਸ਼ਨਸ ਦੇ ਵਿੱਚ ਅਸੀਂ ਫਿਰ ਯੂਜ਼ ਕਰਿਆ ਕਰਾਂਗੇ